ਅਸੀਂ ਡਿਵਾਈਡ ਕੀਤਾ ਹੋਇਆ ਇਹਦੇ ਘੇਰੇ ਨੂੰ, ਉਨੇ ਸਟਾਰ ਦੀ ਅਸੀਂ ਉਸ ਤਰੀਕੇ ਦੇ ਨਾਲ ਚੂੜੀ ਕੱਟ ਸਕਦੇ ਹਾਂ। ਇਹਦੇ ਨਾਲ ਆਮ ਤੌਰ 'ਤੇ 2 ਸਟਾਰ ਦੀ, 3 ਸਟਾਰ ਦੀ, 4 ਸਟਾਰ ਦੀ, ਯਾਨੀ कि 2 ਮੂੰਹ ਦੀ, 3 ਮੂੰਹ ਦੀ ਤੇ 4 ਮੂੰਹ ਦੀ ਚੂੜੀ ਆਮ ਕੱਟਦੇ ਹੈਗੇ। ਸਲੋਟ ਆਰ ਪ੍ਰੋਵਾਈਡਡ ਔਨ ਦਾ ਫੇਸ ਪਲੇਟ ਐਟ ਕਨਵੀਨੀਐਂਟ ਡਿਸਟੈਂਸ। ਇਹ ਬਰਾਬਰ ਡਿਸਟੈਂਸ ਤੇ ਕੱਟੇ ਹੁੰਦੇ ਆ। ਇਹ ਜਿਵੇਂ ਦੇਖ ਸਕਦੇ ਤੁਸੀਂ ਇੱਥੇ 1 ਆ, ਫਿਰ ਇਹਦਾ 2 ਨਿਸ਼ਾਨ ਲਾਇਆ। ਸੋ ਇਸ ਤਰੀਕੇ ਦੇ ਨਾਲ ਇੱਧਰ ਜਿਹੜਾ ਹੈਗਾ ਆ ਇਹ 3 ਲਈ ਲਾਇਆ ਹੋਇਆ, ਸੋ ਇਹ 4 ਲਈ ਲੱਗਾ ਹੋਇਆ। ਸੋ ਅਲੱਗ ਅਲੱਗ ਜਿਹੜੇ ਇਹਦੇ ਹੁੰਦੇ ਆ। 3 ਸਲੋਟ ਐਟ 120 ਡਿਗਰੀ ਅਪਾਰਟ ਟੂ ਕੱਟ 3 ਸਟਾਰ। ਇਹ ਜਿਹੜੇ 120 ਡਿਗਰੀ ਤੇ ਹੈਗੇ ਆ, 1 ਸਲਾਟ, 2 ਸਲਾਟ ਤੇ 3, ਇਹ ਜਿਹੜੇ ਹੈਗੇ ਆ ਇਹ ਤਿੰਨੇ ਹੀ ਸਲਾਟ ਆ ਜਿਹੜੇ ਹੈਗੇ ਆ ਇਹ 120 ਡਿਗਰੀ ਤੇ ਆਪਸ ਵਿੱਚ ਕੱਟੇ ਆ। ਇਹਦੀ ਜਿਹੜੀ ਆ 3 ਮੂੰਹ ਦੀ ਚੂੜੀ ਲਈ ਅਸੀਂ ਵਰਤਣੇ ਆ। ਤੇ ਜਿਹੜੇ ਇਹ 4 ਬਣਦੇ ਆ, ਇਹ ਆ ਦੂਸਰਾ, ਇਹ ਤੀਸਰਾ, ਇਹ ਚੌਥਾ, ਇਹ ਅਸੀਂ ਜਿਹੜੀ ਆ 4 ਮੂੰਹ ਦੀ ਚੂੜੀ ਕੱਟਣ ਦੇ ਲਈ ਵਰਤਦੇ ਆ। ਜੇ ਅਸੀਂ 2 ਮੂੰਹ ਦੀ ਚੂੜੀ ਕੱਟਣੀ ਆ ਫਿਰ ਕੀ ਕਰਨਾ, ਇੱਕ ਆਹ ਵਰਤ ਲਓ, ਇੱਕ ਆਹ ਵਰਤ ਲਓ, ਜਾਂ ਫਿਰ ਆਹ ਵਰਤ ਲਓ ਤਾਂ ਇਹ ਵਰਤ ਲਓ, ਕਿਉਂਕਿ 180 ਡਿਗਰੀ ਦਾ ਸਾਹਮਣੇ ਵਾਲਾ ਅਸੀਂ ਯੂਜ਼ ਕਰਨਾ। ਸੋ ਇਸ ਤਰੀਕੇ ਦੇ ਨਾਲ ਅਸੀਂ ਇਸ ਪਲੇਟ ਦੇ ਨਾਲ ਜਿਹੜਾ ਆ ਉਹ ਥਰੈਡ ਕੱਟ ਸਕਦੇ ਹਾਂ। ਅਗਲਾ ਮੈਥਡ ਹੈਗਾ ਯੂਜ਼ਿੰਗ ਇੰਡੈਕਸਿੰਗ ਡਰਾਈ ਪਲੇਟ। ਹੁਣ ਇੰਡੈਕਸਿੰਗ ਡਰਾਈ ਪਲੇਟ ਵਾ ਇਹ ਤੇ ਕਿਉਂਕਿ ਉਹਨੂੰ ਗ੍ਰੈਜੂਏਟਡ ਹੁੰਦੇ ਆ, ਉੱਪਰ ਉਹਦੀ ਜਿਹੜੀ ਆ ਨਿਸ਼ਾਨ ਲੱਗੇ ਹੁੰਦੇ ਆ, ਇਹਦੇ ਨਾਲ ਵੀ ਅਸੀਂ ਕਰ ਸਕਦੇ ਆ। ਇਹ ਗ੍ਰੈਜੂਏਟਡ ਇੰਡੈਕਸਿੰਗ ਡਰਾਈ ਪਲੇਟ ਇਜ਼ ਯੂਜ਼ਿੰਗ ਟੂ ਕੱਟ ਮਲਟੀ ਸਟਾਰ ਥਰੈਡ ਔਨ ਦਾ ਜੋਬ। ਅਸੀਂ ਇਹਦੇ ਤੇ ਵੀ ਮਲਟੀ ਸਟਾਰ ਥਰੈਡ ਜਿਹੜੇ ਆ ਉਹ ਕੱਟ ਸਕਦੇ ਆ। ਉਹ ਕਿਵੇਂ ਕੱਟਾਂਗੇ ਆਪਾਂ, ਉਹਦੇ ਵਿੱਚ ਕੀ ਆ, ਇਹ ਜਿਹੜਾ ਸੈਂਟਰੋ ਸੈਂਟਰੀ ਅਸੀਂ ਜੋਬ ਨੂੰ ਇਹਦੇ ਵਿੱਚ ਬੰਨ੍ਹਦੇ ਆ। ਹੇਅਰ ਆਲਸੋ ਦਾ ਜੋਬ ਇਜ਼ ਹੈਲਡ ਬਿਟਵੀਨ ਸੈਂਟਰਸ ਵਿਦ ਦੀ ਹੈਲਪ ਆਫ ਇਹ ਸਟਰੇਟ ਟੇਲ ਡੌਗ ਕੈਰੀਅਰ। ਸੋ ਇਹਦੇ ਵਿੱਚ ਅਸੀਂ ਜਿਹੜਾ ਸਟਰੇਟ ਟੇਲ ਡੌਗ ਕੈਰੀਅਰ ਆ ਉਹ ਯੂਜ਼ ਕਰਦੇ ਆ। ਕੀ ਕਰਦੇ ਆ, ਅਸੀਂ ਇੱਕ ਪਹਿਲਾਂ ਕੱਟ ਲਿਆ ਸਿੰਗਲ ਸਟਾਰ ਥਰੈਡ, ਫਿਰ ਜਿੰਨੇ ਦੇ ਕਰਨਾ ਇਹਦੇ ਤੇ ਉੱਪਰ ਨਿਸ਼ਾਨੀਆਂ ਲੱਗੀਆਂ, ਅਸੀਂ ਇਹਨੂੰ ਡਿਵਾਈਡ ਕਰ ਲੈਣਾ ਕਿ ਕਿੰਨੇ, ਕਿਉਂਕਿ ਅਸੀਂ ਕੀ ਕਰਨਾ ਹੁੰਦਾ, ਐਕਚੁਅਲੀ ਅਸੀਂ ਜੋਬ ਦੇ ਘੇਰੇ ਨੂੰ ਹੀ ਡਿਵਾਈਡ ਕਰਨਾ ਹੁੰਦਾ। ਸੋ ਇੱਥੋਂ ਉੱਪਰ ਨਿਸ਼ਾਨ ਲੱਗੇ ਆ ਤੇ ਇੱਥੋਂ ਅਸੀਂ ਜਿਹੜੀ ਆ ਇਹਨੂੰ ਡਿਵਾਈਡ ਕਰ ਸਕਦੇ ਆ। ਇਹਨੂੰ ਲੂਜ਼ ਕਰਕੇ ਜਿਹੜੀ ਆ ਪਲੇਟ ਨੂੰ ਅਸੀਂ ਘੁਮਾ ਸਕਦੇ ਬੈਕ ਤੋਂ ਮੋਹਰੇ ਜਿਹੜੇ ਹੈਗੇ ਆ। ਸੋ ਇਸ ਤਰੀਕੇ ਦੇ ਨਾਲ ਕੀ ਹੋਏਗਾ ਕਿ ਸਾਡਾ ਜਿਹੜਾ ਆ ਉਹ ਨਵੀਂ ਜਗ੍ਹਾ ਤੇ ਜਿਹੜੀ ਅਗਲੀ ਚੂੜੀ ਆ ਉਹ ਪਾਉਣੀ ਸਟਾਰਟ ਹੋ ਜਾਏਗੀ। ਜਿੰਨੇ ਮੂੰਹ ਦੀ ਚੂੜੀ ਬਣਾਉਣੀ ਆ ਉਹ ਤੁਸੀਂ ਬਣਾ ਸਕਦੇ ਆ। ਸੋ ਇਹ ਸੀਗਾ ਯੂਜ਼ਿੰਗ ਇੰਡੈਕਸਿੰਗ ਡਰਾਈ ਪਲੇਟ। ਨੈਕਸਟ ਜਿਹੜਾ ਆ ਗਿਆ ਸਾਡੇ ਕੋਲ ਮੈਥਡ ਬਾਈ ਮੂਵਿੰਗ ਦਾ ਟੌਪ ਸਲਾਈਡ, ਯਾਨੀ ਕਿ ਕੰਪਾਊਂਡ ਰੈਸਟ ਜਿਹੜੀ ਹੈਗੀ ਆ ਉਹਦੇ ਨਾਲ ਕਿੱਦਾਂ ਕਰਦੇ ਆ। ਇਹ ਤੁਸੀਂ ਦੇਖਦੇ ਕੰਪਾਊਂਡ ਰੈਸਟ ਵਾ, ਇਹਦੇ ਨਾਲ ਅਸੀਂ ਕਿਵੇਂ ਯੂਜ਼ ਕਰਦੇ ਆ, ਇਹਨਾਂ ਕਿੱਦਾਂ ਅਸੀਂ ਕੱਟਦੇ ਆ। ਆਫਟਰ 1 ਸਟਾਰਟ ਆਫ ਦਾ ਥਰੈਡ ਹੈਜ਼ ਬਿਨ ਕੱਟ ਦਾ ਟੌਪ ਸਲਾਈਡ ਇਜ਼ ਮੂਵਡ ਏ ਡਿਸਟੈਂਸ ਇਕੁਅਲ ਟੂ ਦੀ ਪਿਚ ਆਫ ਦਾ ਥਰੈਡ ਫਾਰ ਦਾ ਸੈਕੰਡ ਸਟਾਰਟ। ਅਸੀਂ ਕੀ ਕਰਦੇ ਆ, ਕਿਉਂਕਿ ਇਹਦੇ 'ਚ ਐਕੂਰੇਸੀ ਬੜੀ ਜ਼ਰੂਰੀ ਆ, ਇਹਦੇ 'ਚ ਐਕੂਰੇਸੀ ਦਾ ਥੋੜਾ ਅਨਟ੍ਰੇਨਡ ਬੰਦੇ ਲਈ ਪ੍ਰੋਬਲਮ ਹੋ ਜਾਂਦੀ ਆ। ਸੋ ਇਹਦੇ ਵਿੱਚ ਕੀ ਕਰਦੇ ਆ, ਅਸੀਂ ਇੱਕ ਪਹਿਲਾਂ ਮੂੰਹ ਦੀ ਚੂੜੀ ਇਹਦੇ ਤੇ ਕੱਟ ਲਈ, ਫਿਰ ਇਹ ਟੌਪ ਸਲਾਈਡ ਤੇ ਜਿਹੜੀ ਹੈਗੀ ਆ ਸਾਡੀ ਇੱਥੇ ਗ੍ਰੈਜੂਏਟਡ ਕਾਲਰ ਲੱਗੀ ਹੁੰਦੀ ਆ, ਨਿਸ਼ਾਨ ਲੱਗੇ ਹੁੰਦੇ ਆ। ਇਹਦੇ ਤੋਂ ਆਪਾਂ ਜਿੰਨੀ ਪਿੱਚ ਆ, ਮੰਨ ਲਓ ਸਾਡੀ ਪਿੱਚ ਉਹਦੀ ਜਿਹੜੀ ਸੀਗੀ ਉਹ 5 mm ਸੀਗੀ, ਤੇ ਅਸੀਂ ਕੀ ਕਰਨਾ 2.5 mm ਦਾ ਹੋ ਗਿਆ। ਸੋ ਇਹਦਾ ਮਤਲਬ ਇੱਕ ਕੱਟ ਲਾਉਣ ਤੋਂ ਇੱਕ ਜਿਹੜੀ ਚੂੜੀ ਅਸੀਂ ਕੱਟੀ ਆ ਇਹਨੂੰ 2.5 mm ਅੱਗੇ ਨੂੰ ਤੋੜ ਲੈਣਾ। ਤੋੜਨੀ ਜਿਹੜੀ ਇਹ ਤੁਰਨੀ ਆ, ਕਿਉਂਕਿ ਇਹਦੇ ਜਿਹੜੇ ਸਾਡਾ ਜੇ ਤੇ ਅਸੀਂ ਚੂੜੀ ਕੱਟਣੀ ਜੋਬ ਤੇ ਉਹਦੇ ਪੈਰਲਲ ਹੀ ਤੁਰਨੀ ਆ ਇਹ। ਸੋ ਇਸ ਤਰੀਕੇ ਦੇ ਨਾਲ ਜੇ ਅਸੀਂ 10 mm ਪਿੱਚ ਦੀ ਸੀਗੀ ਜਿਹੜੀ ਸਾਡੀ ਪਹਿਲਾਂ 10 mm ਲੀਡ ਦੀ ਕੱਟੀ ਗਈ ਆ, ਤਾਂ ਉਹਦੇ ਲਈ ਕੀ ਆ, ਅਸੀਂ 5 mm ਅੱਗੇ ਨੂੰ ਤੁਰਾਂਗੇ। ਯਾਨੀ ਕਿ ਅਸੀਂ ਜਿੰਨੀ ਉਹਦੀ ਲੀਡ ਹੈਗੀ ਆ ਜਾਂ ਜਿੰਨੀ ਪਿੱਚ ਹੈਗੀ ਕਹਿ ਲਓ ਓਨੀ ਅਸੀਂ ਉਹਨੂੰ ਅੱਗੇ ਨੂੰ ਤੋੜ ਲੈਣਾ। ਤਾਂ ਇਸ ਤਰੀਕੇ ਦੇ ਨਾਲ ਇਹਨੂੰ ਜਿਹੜਾ ਆ ਅਸੀਂ ਇਹਦੇ ਨਾਲ ਥਰੈਡ ਜਿਹੜੇ ਆ ਉਹ ਕੱਟ ਸਕਦੇ ਆ। ਹੁਣ ਇੱਥੇ ਇੱਕ ਧਿਆਨ ਰੱਖਣ ਵਾਲੀ, ਜਿਵੇਂ ਤੁਹਾਨੂੰ ਮੈਂ ਪਹਿਲਾਂ ਹੀ ਕਿਹਾ ਕਿ ਇਹਦੇ ਵਿੱਚ ਜਿਹੜੀ ਆ ਉਹ ਟ੍ਰੇਨਡ ਹੋਣਾ ਲਾਜ਼ਮੀ ਆ, ਇਹਦੇ ਵਿੱਚ ਫਰਕ ਪੈ ਸਕਦਾ। ਤਾਂ ਬੈਕਲੈਸ ਮਸਟ ਬੀ ਐਲੀਮੀਨੇਟਡ ਇਨ ਦਾ ਟੌਪ ਸਲਾਈਡ। ਜਿਹੜੀ ਬੈਕਲੈਸ ਆ ਉਹ ਜਿਹੜੀ ਬੈਕਲੈਸ ਹੈਗੀ ਆ ਉਹ ਇਹਦੇ ਵਿੱਚੋਂ ਜ਼ਰੂਰ ਐਲੀਮੀਨੇਟ ਹੋਣੀ ਚਾਹੀਦੀ ਆ, ਖਤਮ ਹੋਣੀ ਚਾਹੀਦੀ ਆ, ਕਿਉਂਕਿ ਤੁਹਾਨੂੰ ਪਤਾ ਆਮ ਇਹਦੇ ਵਿੱਚ ਪਲੇਆਂ ਪਈਆਂ ਹੁੰਦੀਆਂ, ਜਦੋਂ ਤੁਸੀਂ ਇਹਨੂੰ ਥੋੜ੍ਹਾ ਜਿਹਾ ਘੁਮਾਉਂਦੇ ਤਾਂ ਇਹ ਉੱਥੇ ਖੜੀ ਰਹਿੰਦੀ ਆ, ਅੱਗੇ ਪਿੱਛੇ ਨੂੰ ਨਹੀਂ ਚੱਲਦੀ। ਸੋ ਇਹ ਪਲੇ ਅਗਰ ਤੁਸੀਂ ਇਹਨੂੰ ਐਲੀਮੀਨੇਟ ਨਹੀਂ ਕਰੋਗੇ, ਇਹਨੂੰ ਸਹੀ ਨਹੀਂ ਸੈੱਟ ਨਹੀਂ ਕਰੋਗੇ, ਇਹਨੂੰ ਐਲੀਮੀਨੇਟ ਨਹੀਂ ਵਿੱਚੋਂ ਕਰੋਗੇ, ਤਾਂ ਤੁਹਾਡਾ ਜਿਹੜੀ ਆ ਉਹ ਦੂਸਰੀ ਚੂੜੀ ਜਿਹੜੀ ਆ ਉਹਦਾ ਡਿਸਟੈਂਸ ਗਲਤ ਹੋ ਜਾਏਗਾ। ਸੋ ਇਸ ਚੀਜ਼ ਦਾ ਇੱਥੇ ਅਸੀਂ ਧਿਆਨ ਰੱਖਣਾ ਆ। ਨੈਕਸਟ ਹੈਗਾ ਥਰੈਡ ਚੇਂਜਿੰਗ ਡਾਇਲ ਮੈਥਡ। ਜਿਹੜਾ ਥਰੈਡ ਚੇਂਜਿੰਗ ਡਾਇਲ ਮੈਥਡ ਆ ਇਹ ਤੁਸੀਂ ਦੇਖ ਸਕਦੇ ਆ, ਥਰੈਡ ਚੇਂਜਿੰਗ ਡਾਇਲ ਵਾ ਲੱਗਾ ਆ। ਸੋ ਇਹਦੇ ਵਿੱਚ ਅਸੀਂ ਜਿਹੜੀ ਆ ਇਹਨੂੰ ਵੀ ਅਸੀਂ ਡਿਵਾਈਡ ਕਰਕੇ, ਕਿਉਂਕਿ ਇਹਦੇ ਉੱਪਰ ਨਿਸ਼ਾਨ ਲੱਗੇ ਹੁੰਦੇ ਆ, ਕੱਟ ਸੈਕੰਡ ਸਟਾਰਟ, 4 ਸਟਾਰਟ, 8 ਥਰੈਡ ਐਂਡ 16 ਸਟਾਰ ਥਰੈਡ। ਇਹਦੇ ਨਾਲ 2 ਮੂੰਹ ਦੀ, 4 ਮੂੰਹ ਦੀ, 8 ਮੂੰਹ ਦੀ, 16 ਮੂੰਹ ਦੀ ਚੂੜੀ ਕਰ ਸਕਦੇ ਆ। ਇਹ ਡਿਪੈਂਡ ਕਰਦਾ ਦੀ ਪਿਓਰਲੀ ਡਿਪੈਂਡਸ ਅਪੋਨ ਦਾ ਗ੍ਰੈਜੂਏਸ਼ਨ
मार्क ऑन द डायल एंड द नंबर ऑफ द टीथ ऑफ द वर्म व्हील। ये सारे का सारा डिपेंड करता कि उपर ये किन्ने मार्क किए, किन्ने भागां च वंडिया होया, ते इहदे जिहड़े हैगे आ वर्म व्हील दे जिहड़े आ उहदे दंदे किन्ने आ, नंबर किन्ने आ, उहदे दंदियां दी गिणती किन्नी आ। सो इहदे ते इह डिपेंड करदा। असीं इत्थों भी जिहड़ी आ पहला एक निशान ते पाई आ, फिर होर निशान जिहड़ा तुसीं सिलेक्ट करना आ उहदे ते जिन्ने मूँह दी चूड़ी पाउणी आ उहदे ते पा के तुसीं जिहड़ी आ ओह चूड़ी कर सकदे आ। हुण नैक्सट मैं एक, क्योंकि जिहड़े मल्टी स्टार थ्रैड वा इन्हां नूं कट्टण दे वास्ते मैथड कईयां ना मेरे तो पुछया सी कि किवें कट्टे जांदे आ, ते वो मैथड तुहानूं समझाता। हुण इत्थे जिहड़ी है कैलकुलेशन करनी आ, असीं गेयर किद्दां इहदे लाउणे हैगे आ जां इहदी पिच किद्दां कड्डांगे आपां, ये सारा कुछ इत्थे जिहड़ी है कैलकुलेशन मैं इहदे विच तुहानूं दस रिहा। एक एग्जाम्पल लई आ, कैलकुलेट द चेंज गियर टू कट ए 3 स्टार थ्रैड हैविंग ए पिच ऑफ 1.5 mm। हुण असीं की करना आ, एक 3 मूँह दी चूड़ी कट्टनी आ, यानी कि जिहदे स्टार 3 हैगे आ। सो उहदी पिच किन्नी आ 1.5 mm, पिच किन्नी आ 1.5 mm। द लीड ਸਕਰੀਊ हैज़ ए पिच ऑफ 6 mm। सो लीड ਸਕਰੀਊ जिहड़ी आ वो 6 mm दा। हुण इत्थे ध्यान देण वाली गल वा, इत्थे जिहड़े स्टार्ट वा वो 3 वा, 3 मूँह दी चूड़ी आ, पिच उहदी है ये आ 1.5, ਤੇ ਜਿਹੜਾ ਲੀਡ ਸਕਰੀਊ ਆ ਉਹ ਕੋਈ ਉਹਦੇ ਸਟਾਰ ਦੀ, ਕਿਉਂਕਿ ਕਈ ਜਗ੍ਹਾ ਹੁੰਦਾ ਆ ਕਿ ਡਬਲ ਸਟਾਰ ਦਾ ਵੀ ਲੀਡ ਸਕਰੀਊ ਹੁੰਦਾ ਆ, 2 ਮੂੰਹ ਦਾ ਵੀ ਹੁੰਦਾ ਆ, ਪਰ ਇੱਥੇ ਜੋ ਦਿੱਤਾ ਹੋਇਆ ਇੱਥੇ 6 mm ਆ, ਇਹ ਸਿੰਗਲ ਸਟਾਰ ਵਾ ਲੀਡ ਸਕਰੀਊ ਆ। ਸੋ ਸਭ ਤੋਂ ਪਹਿਲਾਂ ਸਾਨੂੰ ਕੀ ਕਰਨਾ ਪਏਗਾ, ਇਹਨਾਂ ਦੀਆਂ ਦੋਨਾਂ ਦੀਆਂ ਲੀਡਾਂ ਕੱਢਣੀਆਂ ਪੈਣਗੀਆਂ। ਇਹਦੀ ਜਿਹੜੀ ਆ ਸਿੰਗਲ ਸਟਾਰ ਆ ਲੀਡ ਸਕਰੀਊ ਆ, ਇਹਦੀ ਪਿਚ ਵੀ ਉਨੀ ਹੋਏਗੀ ਤੇ ਲੀਡ ਵੀ ਇੰਨੀ ਹੋਏਗੀ। ਜਿਹੜਾ ਇਹ ਟ੍ਰਿਪਲ ਸਟਾਰ ਆ 3 ਸਟਾਰ ਦੀ ਹੈਗੀ ਆ, ਜਿਹੜੀ ਅਸੀਂ ਜੌਬ ਕੱਢਣੀ ਆ, ਇਹਦੀ ਸਾਨੂੰ ਸਭ ਤੋਂ ਪਹਿਲਾਂ ਲੀਡ ਕੱਢਣੀ ਹੀ ਪਏਗੀ, ਕਿਉਂਕਿ ਲੀਡ ਦੇ ਹਿਸਾਬ ਦੇ ਨਾਲ ਅਸੀਂ ਜਿਹੜੀਆਂ ਤੁਹਾਨੂੰ ਮੈਂ ਦੱਸਿਆ ਸੀ ਅੱਗੇ ਵੀ ਕਿ ਗਰਾਰੀਆਂ ਜਿਹੜੀਆਂ ਉਹ ਲੀਡ ਦੇ ਹਿਸਾਬ ਨਾਲ ਕੱਢਦੇ ਆ, ਨਾ ਕਿ ਅਸੀਂ ਪਿਚ ਦੇ ਹਿਸਾਬ ਨਾਲ। ਸਿੰਗਲ ਸਟਾਰ ਦੇ ਥ੍ਰੈਡ ਹੁੰਦੇ ਆ, ਉਹਦੇ 'ਚ ਪਿਚ ਵੀ ਉਨੀ ਹੁੰਦੀ, ਲੀਡ ਵੀ ਉਨੀ ਹੁੰਦੀ, ਇਸ ਕਰਕੇ ਅਸੀਂ ਜਿਹੜੀ ਆ ਉਹ ਸਾਡੀ ਉਹ ਕੈਲਕੂਲੇਸ਼ਨ ਠੀਕ ਰਹਿ ਜਾਂਦੀ। ਸੋ ਪਹਿਲਾਂ ਸਭ ਤੋਂ ਅਸੀਂ ਕੀ ਕਰਾਂਗੇ, ਇਹਦੀ ਲੀਡ ਕਰਾਂਗੇ ਕਿ ਜੋ ਚੂੜੀ ਜਿਹੜੀ ਅਸੀਂ ਕੱਟਣੀ ਆ ਜੌਬ ਤੇ ਉਹਦੀ ਲੀਡ ਕਿੰਨੀ ਬਣੀ ਆ। ਲੀਡ ਆਫ ਥ੍ਰੈਡ, ਪਿਚ ਨੂੰ ਜਿੰਨੇ ਨੰਬਰ ਆਫ ਸਟਾਰ ਹੈਗੇ ਆ ਉਹਦੇ ਨਾਲ ਮਲਟੀਪਲਾਈ ਕਰਾਂਗੇ, ਯਾਨੀ ਕਿ ਪਿਚ ਜਿਹੜੀ ਆ 1.5 ਆ, ਤਾਂ ਇਹਨੂੰ 3 ਦੇ ਨਾਲ, 3 ਸਟਾਰ ਦੀ ਚੂੜੀ ਆ, 3 ਨਾਲ ਮਲਟੀਪਲਾਈ ਕਰਾਂਗੇ, ਇਹ ਆ ਜਾਏਗਾ 4.5 mm। ਸੋ ਇਸ ਤਰੀਕੇ ਦੇ ਨਾਲ ਜਿਹੜੀ ਲੀਡ ਆ ਗਈ ਸਾਡੇ ਕੋਲ ਉਹ 4.5 mm ਆ ਗਈ ਆ। ਹੁਣ ਜਿਹੜੀ ਇਹਦੇ ਲੀਡ ਸਕਰੀਊ ਦੀ ਆ ਉਹ ਠੀਕ ਆ 6 mm ਪਿਚ ਵਾ, ਤਾਂ ਲੀਡ ਵੀ ਉਨੀ ਹੋਏਗੀ। ਹੁਣ ਗੇਅਰ ਰੇਸ਼ੋ ਕੱਢਣ ਦਾ ਤੁਹਾਨੂੰ ਮੈਂ ਫਾਰਮੂਲਾ ਜਿਹੜਾ ਦੱਸਿਆ ਹੋਇਆ ਆ ਕਿ ਗੇਅਰ ਰੇਸ਼ੋ ਦਾ ਹੁੰਦਾ ਡਰਾਈਵਰ ਓਵਰ ਡਰਿਵਨ। ਡਰਾਈਵਰ ਕਿਹੜਾ ਆ, ਜਿਹੜੀ ਜੌਬ ਆ, ਲੀਡ ਆਫ ਦਾ ਥ੍ਰੈਡ, ਲੀਡ ਆਫ ਦਾ ਥ੍ਰੈਡ ਆਫ ਜੌਬ ਦਾ ਜਿਹੜੀ ਹੈਗੀ ਆ, ਤੇ ਅਸੀਂ ਉਹ 'ਤੇ ਕਿੰਨੀ ਅਸੀਂ ਕੱਟਣੇ ਜਿਹਦੇ ਤੇ ਉਹਦੀ ਲੀਡ ਕਿੰਨੀ ਆ, ਕਿਉਂਕਿ ਉਹਦੇ ਬੈਕ ਸਾਈਡ ਤੇ ਜਿਹੜਾ ਸਪਿੰਡਲ ਤੇ ਉਹਨੂੰ ਵੀ ਅਸੀਂ ਡਰਾਈਵਰ ਕਹਿੰਦੇ ਆ। ਸੋ ਡਰਿਵਨ ਲੀਡ ਆਫ ਦਾ ਲੀਡ ਸਕਰੀਊ, ਸੋ ਲੀਡ ਸਕਰੀਊ ਦੀ ਲੀਡ ਕਿੰਨੀ ਆ, ਇਹ ਤੇ ਅਸੀਂ ਇਹਨੂੰ ਡਿਵਾਈਡ ਕਰ ਦਿੰਦੇ। ਹੁਣ ਇਸ ਮਾਮਲੇ ਦੇ ਵਿੱਚ ਕੀ ਆ, ਡਰਾਈਵਰ ਇਹ 4.5 ਆ, ਉੱਪਰ ਕਿੰਨਾ ਆ, ਲੀਡ ਕਿੰਨੀ ਆ 4.5, ਤੇ ਇਹਦੀ ਜਿਹੜੀ ਆ ਡਰਿਵਨ ਵਾ ਯਾਨੀ ਕਿ ਇਹ 6 mm ਆ ਲੀਡ, ਇਹਨੂੰ ਅਸੀਂ 6 ਤੇ ਡਿਵਾਈਡ ਕਰ ਦਿੱਤਾ। ਸੋ ਇਹ 4.5 ਬਟਾ 6 ਆ ਗਿਆ। ਹੁਣ ਕੀ ਕੀਤਾ ਆਪਾਂ, ਕਿਉਂਕਿ ਨਾ ਤਾਂ 4.5 ਦੰਦਿਆਂ ਦੀ ਗਰਾਰੀ ਹੁੰਦੀ ਆ ਤਾਂ ਨਾ 6 ਦੰਦਿਆਂ ਦੀ ਹੁੰਦੀ ਆ, ਕਿਉਂਕਿ ਡਰਾਈਵਰ ਦਾ 4.5 ਦੰਦੇ ਆ ਗਏ, ਡਰਿਵਨ ਦੀ 6 ਆ ਗਏ। ਸੋ ਅਸੀਂ ਜੋ ਸਾਡੇ ਕੋਲ, ਕਿਉਂਕਿ 5-5 ਦੇ ਸਟੈਪ ਨਾਲ ਹੁੰਦੀਆਂ, ਜਿਵੇਂ ਮੈਂ ਪਹਿਲਾਂ ਹੀ ਦੱਸਿਆ ਹੋਇਆ ਤੁਹਾਨੂੰ ਕਿ 5-5 ਦੇ ਸਟੈਪ ਨਾਲ ਹੁੰਦੀਆਂ, ਉਸ ਤਰੀਕੇ ਦੇ ਨਾਲ ਇਹਨੂੰ ਅਸੀਂ ਉੱਪਰ ਵੀ ਉਹਨਿਆਂ ਨਾਲ ਮਲਟੀਪਲਾਈ ਕਰਨਾ ਤੇ ਥੱਲੇ ਨਾਲ ਵੀ। ਇੱਥੇ ਅਸੀਂ 10 ਨਾਲ ਉੱਪਰ ਮਲਟੀਪਲਾਈ ਕੀਤਾ ਤਾਂ 10 ਦੇ ਨਾਲ ਹੀ ਆਪਾਂ ਥੱਲੇ ਮਲਟੀਪਲਾਈ ਕਰ ਲਿਆ। ਇਹ ਜਿਹੜਾ ਕਰਕੇ ਆ ਗਿਆ 45 ਬਟਾ 60 ਆ ਗਏ। ਸੋ ਇੱਥੇ ਹੁਣ ਜਿਹੜਾ ਡਰਾਈਵਰ ਨਿਕਲ ਆਇਆ ਉਹ 45 ਦੰਦਿਆਂ ਦਾ ਆ ਗਿਆ, ਜਿਹੜਾ ਡਰਿਵਨ ਨਿਕਲ ਆਇਆ ਉਹ 60 ਦੰਦਿਆਂ ਦਾ ਆ ਗਿਆ। ਕਹਿਣ ਦਾ ਭਾਵ ਕਿ ਇਹ ਜਿਹੜਾ ਆ ਉੱਪਰਲਾ ਜਿਹੜੀ ਡਰਾਈਵਰ ਲੱਗਣਾ ਹੈਗਾ ਆ ਉਹਨੂੰ 45 ਦੰਦੇ ਦੇ ਲੱਗਣਗੇ, ਜਿਹੜਾ ਡਰਿਵਨ ਗੇਅਰ ਲੱਗਣਾ ਆ ਉਹ 60 ਦੰਦੇ ਦਾ ਲੱਗਣਾ ਆ। ਇਸ ਤਰੀਕੇ ਦੇ ਨਾਲ ਅਸੀਂ ਇਹ ਜਿਹੜਾ ਆ ਗਰਾਰੀਆਂ ਦਾ ਸਾਡੇ ਕੋਲ ਸੈੱਟ ਨਿਕਲ ਜਾਣਾ ਆ। ਅਸੀਂ ਇਸੇ ਤਰ੍ਹਾਂ ਜਿਹੜੇ ਆ ਹੋਰ ਵੀ ਸੈੱਟ ਬਣਾ ਸਕਦੇ ਆ, ਜਿਹੜੇ ਬਣਦੇ ਆ 120 ਦੰਦਿਆਂ ਤੱਕ ਜੇ ਬਣਦੇ ਸਾਡੇ, ਉਹ ਵੀ ਅਸੀਂ ਕੱਢ ਸਕਦੇ ਆ। ਜਿਹੜਾ ਸਾਡੇ ਕੋਲ ਸੈੱਟ ਅਵੇਲੇਬਲ ਹੋਵੇ ਉਹ ਅਸੀਂ ਬਣਾ ਸਕਦੇ ਹੈਗੇ ਆ। ਹੁਣ ਨੈਕਸਟ ਹੈਗੇ ਆ ਸਾਡੇ ਕੋਲ ਇੱਕ ਮੈਂ ਹੋਰ ਐਗਜ਼ਾਮਪਲ ਜਿਹੜੀ ਲਈ ਆ, ਕੈਲਕੂਲੇਟ ਦਾ ਚੇਂਜ ਗੀਅਰ ਟੂ ਕੱਟ ਏ 4 ਸਟਾਰ ਥ੍ਰੈਡ ਹੈਵਿੰਗ 12 TPI। ਹੁਣ ਇੱਥੇ ਕੀ ਕੀਤਾ ਉਹਨੇ ਕਿਹਾ ਕਿ 4 ਮੂੰਹ ਦੀ ਚੂੜੀ ਆ ਤੇ ਜਿਹੜੇ ਥ੍ਰੈਡ ਪਰ ਇੰਚ, ਕਿਉਂਕਿ ਪਿਛਲੇ ਦੇ ਵਿੱਚ ਕੀ ਸੀਗੀ ਉਹ mm 'ਚ ਪਿਚ ਸੀ, ਸਿੱਧੀ ਪਿਚ ਹੁੰਦੀ ਆ। ਇੱਥੇ ਉਹਨੂੰ ਸਿੱਧੀ ਜਿਹੜੀ ਆ ਪਿਚ ਜਾਂ ਲੀਡ ਨਹੀਂ ਦੱਸੀ, ਉਹਨੂੰ ਦੱਸ ਦਿੱਤਾ
ਥਰੈਡ ਪਰ ਇੰਚ ਬ੍ਰਿਟਿਸ਼ ਸਟੈਂਡਰਡ ਵਾ। ਸੋ ਇੱਥੇ ਸਾਨੂੰ ਪਹਿਲਾਂ ਸਭ ਤੋਂ ਉਹਦੀ ਲੀਡ ਕੱਢਣੀ ਪਏਗੀ। ਦਾ ਲੀਡ ਸਕਰਿਊ ਹੈਜ਼ 4 TPI। ਸੋ ਲੀਡ ਸਕਰਿਊ ਜਿਹੜਾ ਆ ਉਹ 4 TPI ਦਾ। ਹੁਣ ਇੱਥੇ ਪਿਚ ਆਫ ਦਾ ਵਰਕ ਦੀ ਪਿਚ ਕਿੰਨੀ ਹੋਈ ਆ, ਕਿਉਂਕਿ ਥਰੈਡ ਕਿੰਨੇ ਆ ਇੱਕ ਦੇ ਵਿੱਚ 12। ਸੋ ਇਹਦੀ ਪਿਚ ਜਿਹੜੀ ਆ ਉਹ 1/12 ਬਣ ਗਈ। ਹੁਣ ਇਹਦੀ ਲੀਡ ਕਿੰਨੀ ਬਣੀ, ਕਿਉਂਕਿ ਪਿਚ ਨੂੰ ਅਸੀਂ ਜਿੰਨੇ ਸਟਾਰਟ ਹੈਗੇ ਆ, ਜਿੰਨੇ ਮੂੰਹ ਦੀ ਚੂੜੀ ਆ ਉਹਦੇ ਨਾਲ ਅਸੀਂ ਮਲਟੀਪਲਾਈ ਕਰਦੇ ਹਾਂ। ਸੋ 1/12 ਨੂੰ 4 ਦੇ ਨਾਲ ਮਲਟੀਪਲਾਈ ਕਰ ਦਿੱਤਾ ਆਪਾਂ, ਤੇ ਇਹ ਆ ਗਿਆ 4/12, ਯਾਨੀ ਕਿ 1/3 ਬਣ ਜਾਂਦਾ ਆ। ਸੋ ਇਹ 4/12 ਆ ਗਿਆ। ਅਸੀਂ ਐਜ਼ ਇਟ ਇਜ਼ 4/12 ਹੀ ਇੱਥੇ ਚਲੋ ਰੱਖ ਲੈਂਦੇ ਆ। ਲੀਡ ਆਫ ਦਾ ਲੀਡ ਸਕਰਿਊ, ਲੀਡ ਸਕਰਿਊ ਦੀ ਕਿੰਨੀ ਆ, ਕਿਉਂਕਿ ਉਹ 1 ਇੰਚੀ ਦੇ ਵਿੱਚ 4 ਥਰੈਡ ਹੈਗੇ ਆ। ਸੋ ਉਹਦੀ ਲੀਡ ਜਿਹੜੀ ਬਣ ਗਈ 1/4। ਸੋ ਗੇਅਰ ਰੇਸ਼ੋ ਕੱਢਣ ਦਾ ਫਾਰਮੂਲਾ ਜਿਵੇਂ ਮੈਂ ਤੁਹਾਨੂੰ ਪਹਿਲੇ ਦੱਸਿਆ ਹੋਇਆ, ਡਰਾਈਵਰ ਬਟਾ ਡਰਿਵਨ। ਹੁਣ ਡਰਾਈਵਰ ਇੱਥੇ ਕਿੰਨਾ ਆ, 4/12 ਜਿਹੜਾ ਉੱਪਰ ਅਸੀਂ ਕੱਢਿਆ। ਤੋ ਡਰਿਵਨ ਕਿੰਨਾ ਆ, 1/4, ਜੋ ਜੋਬ ਦੀ ਲੀਡ ਬਣੀ ਆ ਸਾਡੇ ਕੋਲ 1/4। ਸੋ ਇਹ ਕਟਿੰਗ ਕਰਕੇ ਸਾਡੇ ਕੋਲ ਆ ਗਿਆ 4/3। ਇਹਦੀ ਰੇਸ਼ੋ ਕੀ ਆ ਗਈ, 4/3, ਯਾਨੀ ਕਿ ਡਰਾਈਵਰ ਜਿਹੜਾ ਆ ਉਹ 4 ਆ ਗਿਆ ਤੇ ਡਰਿਵਨ ਜਿਹੜਾ ਆ ਗਿਆ 3 ਆ ਗਿਆ। ਇਹਨਾਂ ਦੀ ਆਪਸ ਵਿੱਚ ਰੇਸ਼ੋ 4-3 ਦੀ ਆ ਗਈ। ਹੁਣ ਜਿਹੜੇ ਗੇਅਰ ਕੱਢਣੇ ਅਸੀਂ ਕੀ ਕਰਨਾ, ਉਨਿਆਂ ਨਾਲ ਹੀ ਉੱਪਰ, ਜਿੱਦਾਂ ਮੈਂ ਦੱਸਿਆ ਉਨਿਆਂ ਨਾਲ ਹੀ ਥੱਲੇ। ਸੋ ਮੈਂ 4/3 ਨੂੰ 10 ਨਾਲ ਉੱਪਰ ਮਲਟੀਪਲਾਈ ਕੀਤਾ, 10 ਨਾਲ ਹੀ ਥੱਲੇ ਕੀਤਾ। ਇਹ ਮੇਰੇ ਕੋਲ ਆ ਗਿਆ 40/30। ਇਹਦਾ ਭਾਵ ਕਿ ਇੱਥੇ ਡਰਾਈਵਰ ਜਿਹੜਾ ਆ ਸਾਡਾ ਉਹ 40 ਦੰਦਿਆਂ ਦਾ ਆ ਗਿਆ ਤੇ ਡਰਿਵਨ ਜਿਹੜਾ ਆ ਉਹ 30 ਦੰਦਿਆਂ ਦਾ ਆ ਗਿਆ। ਇਸੇ ਤਰੀਕੇ ਨਾਲ ਅਸੀਂ ਜਿਹੜੇ ਆ ਦੂਸਰੇ ਵੀ ਕੱਢ ਸਕਦੇ ਆ। ਅਗਰ ਅਸੀਂ 20 ਨਾਲ ਮਲਟੀਪਲਾਈ ਕਰਾਂਗੇ ਤਾਂ ਇੱਥੇ ਕੀ ਆਏਗਾ, 40, 4 ਨੂੰ 20 ਨਾਲ ਕਰਾਂਗੇ 20 ਚੌਕਾ 80 ਆ ਜਾਏਗਾ, ਤੇ ਥੱਲੇ ਜਿਹੜਾ ਹੈਗਾ ਆ 120 ਆ ਜਾਏਗਾ। ਸੋ ਇਸ ਤਰੀਕੇ ਨਾਲ ਜਿਹੜਾ ਵੀ ਗੇਅਰ ਸਾਡੇ ਕੋਲ ਹੈਗੇ ਉਨਿਆਂ ਨੇ ਰੇਸ਼ੋ ਨੂੰ ਉੱਪਰ ਅਸੀਂ ਕਰਨਾ ਤਾਂ ਉਨਿਆਂ ਨਾਲ ਹੀ ਥੱਲੇ ਕਰਨਾ, ਜਿਹੜਾ ਸਾਡੇ ਕੋਲ ਉਹ ਗੇਅਰ ਟ੍ਰੇਨ ਆ ਜਾਂਦੇ ਆ। ਕਿਉਂਕਿ ਗੇਅਰ ਟ੍ਰੇਨ ਅੱਜ ਕੱਲ੍ਹ ਜਿਹੜਾ ਹੈਗਾ ਨੌਰਟਨ ਗੇਅਰ ਬਾਕਸ ਲਗਾਇਆ ਹੁੰਦਾ ਹੈ, ਜਿਹਨੂੰ ਅਸੀਂ ਕੁਇਕ ਗੀਅਰ ਬਾਕਸ ਵੀ ਕਹਿ ਦਿੰਦੇ ਆ, ਉਹ ਲਗਾਇਆ ਹੁੰਦਾ ਮਸ਼ੀਨ ਦੇ ਉੱਪਰ, ਲੇਦ ਦੇ ਉੱਪਰ ਚਾਰਟ ਲੱਗੇ ਹੁੰਦੇ ਆ, ਉਹਨੂੰ ਹੀ ਅਸੀਂ ਲੀਵਰਾਂ ਨੂੰ ਹੀ ਸੈੱਟ ਕਰਦੇ ਆ। ਪਰ ਫਿਰ ਵੀ ਇਹਦੀ ਕੈਲਕੂਲੇਸ਼ਨ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ, ਇਸ ਕਰਕੇ ਇਹਦੀ ਕੈਲਕੂਲੇਸ਼ਨ ਜਿਹੜੀ ਆ ਤੁਹਾਨੂੰ ਕਰਵਾ ਦਿੱਤੀ ਆ। ਤੇ ਆਸ ਆ ਕੇ ਤੁਹਾਨੂੰ ਇਹ ਪਸੰਦ ਆਈ ਹੋਏਗੀ। ਸੋ ਜੇ ਪਸੰਦ ਆਈ ਆ, ਲਾਈਕ ਤੇ ਸ਼ੇਅਰ ਜ਼ਰੂਰ ਕਰ ਦੇਣਾ। ਥੈਂਕ ਯੂ।